ਬੇਟੇ ਅੱਜ ਅਸੀਂ ਐਕਸਰਸਾਈਜ਼ 1.2 ਕਰਾਂਗੇ। ਇਹਦੇ ਵਿੱਚ ਅਸੀਂ ਬੇਟੇ ਅਭਾਜ ਗੁਣਨਖੰਡ ਵਿਧੀ ਬਾਰੇ ਪੜਾਂਗੇ। ਪਿਛਲੇ ਲੈਕਚਰ ਵਿੱਚ ਤੁਹਾਨੂੰ ਦੱਸਿਆ ਸੀ ਕਿ HCF ਔਰ LCM ਨੂੰ ਪਤਾ ਕਰਨ ਦੀਆਂ ਦੋ ਵਿਧੀਆਂ ਹਨ। ਪਹਿਲਾ ਜੋ ਵਿਧੀ ਹੈ ਉਹ ਹੈ ਯੂਕਲਿਡ ਡਿਵੀਜ਼ਨ ਐਲਗੋਰਿਦਮ, ਔਰ ਦੂਸਰੀ ਤੁਹਾਨੂੰ ਦੱਸਿਆ ਸੀ ਬੇਟੇ ਅਭਾਜ ਗੁਣਨਖੰਡ ਵਿਧੀ ਹੈ, ਜਿਸ ਨੂੰ ਅਸੀਂ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਵੀ ਕਹਿੰਦੇ ਹਾਂ। ਬੇਟੇ ਇਸ ਐਕਸਰਸਾਈਜ਼ ਦੇ ਵਿੱਚ 7 ਕੁਐਸਚਨ ਨੇ, ਤਾਂ ਅਸੀਂ ਵਾਰੀ ਥੋੜ੍ਹੇ ਕੁਐਸਚਨ ਕਰਾਂਗੇ। ਜਿਵੇਂ ਕਿ ਫਸਟ ਕੁਐਸਚਨ ਹੈ, ਇਹਦੇ ਵਿੱਚ ਸਾਨੂੰ ਕੁਝ ਕੁ ਨੰਬਰਸ ਦੇ ਸਾਨੂੰ ਸਿਰਫ ਗੁਣਨਖੰਡ ਬਣਾਉਣੇ ਹੀ ਸਿਖਾਏ ਗਏ ਹਨ। ਆਪਾਂ ਇੱਕ ਸਿਰਫ ਗੁਣਨਖੰਡ ਹੀ ਬਣਾਵਾਂਗੇ ਪਹਿਲੇ ਕੁਐਸਚਨ 'ਚ, HCF ਜਾਂ LCM ਦਾ ਨਹੀਂ ਹੈਗਾ ਇਹ। ਤਾਂ ਜਿਵੇਂ ਹੁਣ ਕਿ ਫਸਟ ਪਾਰਟ ਹੈ 140 ਹੈ, ਤਾਂ ਕਿਉਂਕਿ ਇਹਦਾ ਜਿਵੇਂ ਬੇਟੇ ਨਾਮ ਹੈ ਅਭਾਜ ਗੁਣਨਖੰਡ ਵਿਧੀ ਹੈ, ਤਾਂ ਜੋ ਵੀ ਅਸੀਂ ਇਸ ਨੂੰ ਡਿਵਾਈਡ ਕਰਨਾ, ਫੈਕਟਰ ਬਣਾਉਣੇ ਨੇ, ਤਾਂ ਉਹ ਅਭਾਜ ਪ੍ਰਾਈਮ ਨੰਬਰ ਹੋਣੇ ਚਾਹੀਦੇ ਆ। ਪ੍ਰਾਈਮ ਨੰਬਰ ਤੁਹਾਨੂੰ ਪਤਾ ਬੇਟੇ ਉਹ ਹੁੰਦੇ ਆ ਜਿਹੜੇ ਕਿਸੇ ਵੀ ਪਹਾੜੇ 'ਤੇ ਨਾ ਜਾਣ, ਸਿਰਫ ਆਪਣੇ ਪਹਾੜੇ 'ਤੇ ਹੀ ਜਾਣ। ਜਿਵੇਂ 140 ਨੂੰ ਅਸੀਂ 2 'ਤੇ ਡਿਵਾਈਡ ਕੀਤਾ ਤਾਂ ਆਨਸਰ ਜੋ ਆਇਆ 70 ਆਇਆ। ਜੋ ਆਨਸਰ ਆਉਂਦਾ ਉਹਨੂੰ ਨੀਚੇ ਲਿਖਣਾ ਹੁੰਦਾ। ਫਿਰ 70 ਨੂੰ 2 ਨਾਲ ਡਿਵਾਈਡ ਕਰਾਂਗੇ 35 ਨੂੰ 5 ਨਾਲ ਡਿਵਾਈਡ ਕਰਾਂਗੇ 7, ਫਿਰ 7 ਨੂੰ 7 ਨਾਲ ਡਿਵਾਈਡ ਕੀਤਾ ਤਾਂ 1। ਤਾਂ 140 ਦੇ ਜੋ ਪ੍ਰਾਈਮ ਫੈਕਟਰਸ ਬਣੇ ਨੇ ਉਹ 2, ਕਿਉਂਕਿ 2 ਵਾਰ ਆਇਆ ਹੈ ਤਾਂ 2 ਦੀ ਪਾਵਰ 2, ਫਿਰ 5 ਗੁਣਾ 7, ਇਹ ਕਿਉਂਕਿ ਇੱਕ ਵਾਰ ਆਏ ਹੈ ਤਾਂ ਇੱਕ ਪਾਵਰ ਦੇ ਰੂਪ ਵਿੱਚ ਨਹੀਂ ਲਿਖਣੇ। ਇਸੇ ਤਰ੍ਹਾਂ ਇਸੇ ਫਸਟ ਕੁਐਸਚਨ ਦਾ ਹੀ ਥਰਡ ਪਾਰਟ ਹੈ ਬੇਟੇ 3825 ਦੇ ਅਸੀਂ ਪ੍ਰਾਈਮ ਫੈਕਟਰਾਈਜੇਸ਼ਨ ਕਰਨੀ ਹੈ। ਇਹ ਕਿਉਂਕਿ ਇਹਦਾ ਪਿਛਲਾ ਅੱਖਰ ਹੈ, ਦੇਖੋ ਬੇਟੇ 5 ਹੈ, ਤਾਂ ਇਸ ਨੂੰ ਅਸੀਂ 5 ਦੇ ਪਹਾੜੇ 'ਤੇ ਡਿਵਾਈਡ ਕਰਾਂਗੇ। 3825 ਨੂੰ 5 ਨਾਲ ਡਿਵਾਈਡ ਕਰਾਂਗੇ ਤਾਂ ਜੋ ਸਾਡਾ ਆਨਸਰ ਹੈ 765 ਆਏਗਾ। 765 ਨੂੰ ਫਿਰ ਅਸੀਂ 5 'ਤੇ ਡਿਵਾਈਡ ਕਰ ਸਕਦੇ ਹਾਂ। ਜਦੋਂ ਅਸੀਂ 765 ਨੂੰ 5 'ਤੇ ਡਿਵਾਈਡ ਕਰਾਂ, ਜੋ ਆਨਸਰ ਆਏਗਾ ਉਸਨੂੰ ਉਹਦੇ ਨੀਚੇ ਹੀ ਲਿਖਣਾ, 153 ਆਏਗਾ। 153 ਨੂੰ 3 'ਤੇ ਡਿਵਾਈਡ ਕਰਾਂਗੇ 51, 51 ਨੂੰ ਫਿਰ 3 'ਤੇ ਡਿਵਾਈਡ ਕਰਿਆ 17, 17 ਨੂੰ ਫਿਰ 17 ਨਾਲ ਡਿਵਾਈਡ ਕਰਾਂ ਤਾਂ 1 ਆਇਆ। ਤਾਂ ਹੁਣ ਇਹਦੇ ਜਿਹੜੇ ਅਭਾਜ ਗੁਣਨਖੰਡ ਬਣੇ ਨੇ, ਦੇਖੋ 5 ਹੈ ਬੇਟੇ ਜਿਹੜਾ 2 ਵਾਰੀ ਆਇਆ ਤਾਂ ਅਸੀਂ 5 ਦੀ ਪਾਵਰ 2 ਲਿਖੀ ਹੈ। 3 ਹੈ ਜਿਹੜਾ ਉਹ ਵੀ 2 ਵਾਰੀ ਆਇਆ ਹੈ, 3 ਦੀ ਪਾਵਰ ਵੀ 2, ਅਤੇ 17 ਜੋ ਹੈ 1 ਵਾਰ ਆਇਆ ਹੈ, ਅਤੇ ਇਸ ਲਈ 17 ਨੂੰ ਅਸੀਂ 1 ਵਾਰ ਲਿਖਿਆ। ਬੇਟੇ ਇਸ ਕੁਐਸਚਨ 'ਚ 2-3 ਪਾਰਟ ਹੋਰ ਨੇ ਜਿਹੜੇ ਰਹਿ ਗਏ ਹੈ, ਜਿਵੇਂ ਕਿ ਸੈਕਿੰਡ ਪਾਰਟ ਰਹਿ ਗਿਆ ਹੈ 156, ਫਿਰ ਫੋਰਥ ਪਾਰਟ ਹੈ 5005, ਔਰ ਫਿਫਥ ਪਾਰਟ ਹੈ 7429। ਇਹ ਤੁਸੀਂ ਆਪਣੇ ਆਪ ਟਰਾਈ ਕਰਨੇ ਆ, ਈਜ਼ੀ ਨੇ, ਤੁਹਾਡੇ ਤੋਂ ਹੋ ਜਾਣਗੇ ਆਸਾਨੀ ਨਾਲ। ਇਸ ਤੋਂ ਬਾਅਦ ਬੇਟੇ ਅਸੀਂ ਕੁਐਸਚਨ ਇਸੇ ਐਕਸਰਸਾਈਜ਼ ਦਾ ਕੁਐਸਚਨ ਨੰਬਰ 2 ਕਰਾਂਗੇ। ਹੇਠ ਲਿਖੀਆਂ ਸੰਖਿਆਵਾਂ ਦਾ HCF ਅਤੇ LCM ਪਤਾ ਕਰੋ ਅਤੇ ਜਾਂਚ ਕਰੋ ਕਿ ਦੋਵੇਂ ਸੰਖਿਆਵਾਂ ਦਾ ਗੁਣਨਫਲ ਬਰਾਬਰ HCF ਗੁਣਾ LCM ਹੈ। ਬੇਟੇ ਇਸ ਕੁਐਸਚਨ ਦੇ 3 ਪਾਰਟ ਨੇ। ਜਿਵੇਂ ਹੁਣ ਆਪਾਂ ਫਸਟ ਪਾਰਟ ਕਰਦੇ ਹਾਂ 26 ਅਤੇ 91। ਅਸੀਂ 26 ਦੇ ਪਹਿਲਾਂ ਗੁਣਨਖੰਡ ਬਣਾਵਾਂਗੇ। 26 ਕਿਉਂਕਿ ਇੱਕ ਜਿਸਤ ਸੰਖਿਆ ਹੈ, ਇਸ ਨੂੰ ਅਸੀਂ 2 'ਤੇ ਡਿਵਾਈਡ ਕਰਾਂਗੇ। 26 ਨੂੰ ਜੋ 2 'ਤੇ ਡਿਵਾਈਡ ਕੀਤਾ 13 ਆਇਆ। 13 ਨੂੰ 13 'ਤੇ ਡਿਵਾਈਡ ਕਰਾਂਗੇ ਤਾਂ 1 ਆਏਗਾ। ਇਸ ਤੋਂ ਬਾਅਦ ਅਸੀਂ 91 ਦੇ ਗੁਣਨਖੰਡ ਬਣਾਵਾਂਗੇ। 91 ਨੂੰ ਦੇਖਦੇ ਹਾਂ ਕਿ 7 'ਤੇ ਡਿਵਾਈਡ ਕਰਕੇ ਦੇਖਾਂਗੇ। 91 ਨੂੰ 7 'ਤੇ ਡਿਵਾਈਡ ਕੀਤਾ ਤਾਂ ਆਨਸਰ 13 ਆਇਆ। ਫਿਰ 13 ਨੂੰ, ਕਿਉਂਕਿ ਇਹ 13 ਇੱਕ ਅਭਾਜ ਸੰਖਿਆ ਹੈ, ਹੋਰ ਕਿਸੇ ਪਹਾੜੇ 'ਚ ਨਹੀਂ ਜਾਂਦੀ, ਇਸ ਕਰਕੇ 13 'ਤੇ ਡਿਵਾਈਡ ਕੀਤਾ ਤਾਂ 1 ਆਇਆ। ਹੁਣ ਅਸੀਂ ਬੇਟੇ ਦੇਖਦੇ ਹਾਂ 26 ਦੇ ਜੋ ਗੁਣਨਖੰਡ ਹੈ ਉਹ ਹਨ 2 ਅਤੇ 13, ਔਰ 91 ਦੇ ਜੋ ਗੁਣਨਖੰਡ ਬਣੇ ਹਨ ਉਹ ਬਣੇ ਹਨ 7 ਅਤੇ 13। ਅਸੀਂ ਪਤਾ ਕਰਨਾ ਹੈ HCF ਅਤੇ LCM। ਪਹਿਲਾਂ ਅਸੀਂ HCF ਪਤਾ ਕਰਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹੈ HCF ਦਾ ਮਤਲਬ ਕੀ ਹੁੰਦਾ ਹੈ, ਹਾਈਐਸਟ ਕਾਮਨ ਫੈਕਟਰ। ਕਾਮਨ ਫੈਕਟਰ ਜੋ ਇਹਨਾਂ ਦੋਨਾਂ ਵਿੱਚੋਂ, ਜਿਹੜੇ ਦੋਨਾਂ ਦੇ ਗੁਣਨਖੰਡ ਦੇ ਵਿੱਚੋਂ ਕਾਮਨ ਫੈਕਟਰ ਹੈ, ਉਹਦੇ ਵਿੱਚੋਂ ਅਸੀਂ ਵੱਡੀ ਤੋਂ ਵੱਡਾ ਫੈਕਟਰ ਲੈਣਾ ਹੁੰਦਾ ਹੈ। ਤਾਂ ਦੇਖੋ HCF 13, ਇਹਦੇ ਗੁਣਨਖੰਡਾਂ ਵਿੱਚ 13 ਜੋ ਹੈ ਦੋਨਾਂ ਗੁਣਨਖੰਡਾਂ ਵਿੱਚ ਸਾਂਝਾ ਹੈ। 2 ਹੈ ਜੋ ਉਹ 91 ਦੇ ਗੁਣਨਖੰਡਾਂ ਵਿੱਚ ਨਹੀਂ ਹੈ। ਜੋ 7 ਹੈ ਉਹ 26 ਦੇ ਗੁਣਨਖੰਡਾਂ ਵਿੱਚ ਨਹੀਂ ਹੈ। ਤਾਂ ਇੱਕੋ ਇੱਕ ਜੋ ਸਾਂਝਾ ਗੁਣਨਖੰਡ ਹੈ ਉਹ 13 ਹੈ। ਇਸ ਲਈ ਇਹਦੇ ਵਿੱਚ ਆਪਾਂ HCF ਹੈ ਜਿਹੜਾ ਉਹ ਕਿੰਨਾ ਲਿਖਾਂਗੇ, 13। ਫਿਰ ਇਸ ਤੋਂ ਬਾਅਦ ਬੇਟੇ ਆਪਾਂ LCM ਪਤਾ ਕਰਨਾ ਹੈ। LCM ਪਤਾ ਕਰਨ ਦਾ ਇੱਕ ਮੈਂ ਤੁਹਾਨੂੰ ਤਰੀਕਾ ਦੱਸਦੀ ਹਾਂ। ਤੁਸੀਂ 26 ਅਤੇ 91 ਇਹਨਾਂ ਦੋਨਾਂ ਦੇ ਜੋ ਵੀ ਸਾਡੇ ਕੋਲ ਸੰਖਿਆਵਾਂ ਆਉਣਗੀਆਂ ਉਹਦੇ ਸਾਰੇ ਗੁਣਨਖੰਡ ਲਿਖ ਲਓ। ਦੇਖੋ ਪਹਿਲਾਂ 26 ਦੇ ਲਿਖ ਲਏ 2 ਗੁਣਾ 13, ਫਿਰ ਮੈਂ 91 ਦੇ ਲਿਖ ਲਏ 7 ਗੁਣਾ 13। HCF ਵਿੱਚ ਜੋ ਅਸੀਂ ਗੁਣਨਖੰਡ ਲਿਖਤੇ ਉਹ ਅਸੀਂ ਦੁਬਾਰਾ LCM ਵਿੱਚ ਨਹੀਂ ਲਿਖਣੇ। ਤਾਂ ਦੇਖੋ HCF ਦੇ ਵਿੱਚ ਅਸੀਂ 13 ਲਿਖਿਆ ਹੈ,
ਤਾਂ LCM ਦੇ ਵਿੱਚੋਂ ਇੱਕ ਵਾਰ ਆਪਾਂ 13 ਜਿਹੜਾ ਉਹ ਡਿਲੀਟ ਕਰ ਦਿਆਂਗੇ। ਚਾਹੇ ਇਹ ਵਾਲਾ 13 ਕਰ ਦਿਓ, ਚਾਹੇ ਇਹ ਵਾਲਾ 13 ਕਰ ਦਿਓ, ਦੋਨਾਂ ਵਿੱਚੋਂ ਕੋਈ ਇੱਕ 13 ਨੂੰ ਅਸੀਂ ਛੱਡ ਦੇਣਾ ਹੈ। ਤਾਂ ਜਦੋਂ 2 ਨੂੰ 13 ਨਾਲ ਗੁਣਾ ਕੀਤੀ 26 ਆਇਆ, 26 ਨੂੰ ਅੱਗੇ 7 ਨਾਲ ਗੁਣਾ ਕਰਾਂਗੇ ਤਾਂ ਆਨਸਰ ਆਪਣਾ 182 ਆਏਗਾ। ਠੀਕ ਹੈ ਬੇਟੇ। LCM ਕੱਢਣ ਬਾਰੇ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦੀ ਹਾਂ। ਜਿਹੜੀਆਂ ਤੁਹਾਡੇ ਕੋਲ ਰਕਮਾਂ ਦਿੱਤੀਆਂ ਨੇ ਉਹਨਾਂ ਦੇ ਗੁਣਨਖੰਡ ਜਿਹੜੇ ਵੀ ਬਣੇ ਨੇਗੇ, ਜੇ ਕੋਈ 26 ਦੇ 2 ਅਤੇ 13 ਬਣੇ ਨੇ, 91 ਦੇ 7 ਅਤੇ 13 ਲਿਖੇ ਨੇ, ਅਸੀਂ ਸਾਰੇ ਦੇ ਸਾਰੇ ਗੁਣਨਖੰਡ ਇੱਥੇ ਲਿਖ ਲੈਣੇ ਆ। 2 ਗੁਣਾ 13 ਗੁਣਾ 7 ਗੁਣਾ 13। HCF ਵਾਲੇ ਅੱਖਰ ਹੈਗੇ ਆ ਜੋ ਉਹ LCM ਵਿੱਚੋਂ ਖਤਮ ਕਰ ਦਿਓ ਤਾਂ ਉਹ ਸਾਡਾ ਜਿਹੜਾ ਬਾਕੀ ਦੀ ਰਕਮ ਬਚੇਗੀ ਉਹ LCM ਬਚੇਗੀ। ਤਾਂ LCM ਕਿੰਨਾ ਆਇਆ? 182। ਹੁਣ ਇਸ ਤੋਂ ਬਾਅਦ ਇਸ ਕੁਐਸਚਨ ਵਿੱਚ ਅਸੀਂ ਬੇਟੇ ਜਾਂਚ ਵੀ ਕਰਨੀ ਹੈ। ਤਾਂ ਜਾਂਚ ਦੇ ਵਿੱਚ ਅਸੀਂ ਕੀ ਕਰਨਾ ਹੈ? ਜਾਂਚ ਵਿੱਚ ਕੀ ਕਰਨਾ ਹੈ? ਦੋਵੇਂ ਸੰਖਿਆਵਾਂ ਦਾ ਗੁਣਨਫਲ। ਦੋਵੇਂ ਸੰਖਿਆਵਾਂ ਕਿਹੜੀਆਂ ਸੀ ਬੇਟੇ? ਆਪਣੇ ਕੋਲੇ ਦੋਵੇਂ ਸੰਖਿਆਵਾਂ ਦਾ ਗੁਣਨਫਲ। ਜਦੋਂ ਦੋਵੇਂ ਸੰਖਿਆਵਾਂ ਦਾ ਗੁਣਨਫਲ ਹੈ ਉਹ ਆਪਾਂ ਕਰਾਂਗੇ 26 ਨੂੰ 91 ਨਾਲ ਗੁਣਾ। ਜਦੋਂ ਅਸੀਂ 26 ਨੂੰ 91 ਨਾਲ ਗੁਣਾ ਕਰਾਂਗੇ, ਦੇਖੋ ਬੇਟੇ ਗੁਣਾ ਕਰਕੇ ਤੁਸੀਂ ਦੇਖ ਸਕਦੇ ਹੋ 2366 ਉੱਤਰ ਆਏਗਾ। ਇਸ ਤੋਂ ਬਾਅਦ ਬੇਟੇ ਅਸੀਂ LCM ਦੀ ਤੇ HCF ਦੀ ਗੁਣਾ ਕਰਕੇ ਦੇਖਣੀ ਹੈ। HCF ਗੁਣਾ LCM ਕਰਕੇ ਦੇਖਾਂਗੇ। HCF ਸਾਡਾ ਆਇਆ 13, LCM ਸਾਡਾ ਆਇਆ ਸੀਗਾ 182। 13 ਤੇ 182 ਦੀ ਗੁਣਾ ਕਰਕੇ ਦੇਖੋਗੇ ਉਹ ਵੀ ਬੇਟੇ 2366 ਹੀ ਆਏਗੀ। ਇਸ ਤੋਂ ਇਹ ਜਾਂਚ ਹੋ ਜਾਂਦੀ ਹੈ ਕਿ ਦੋਵੇਂ ਸੰਖਿਆਵਾਂ ਦਾ ਜੋ ਗੁਣਨਫਲ ਹੈ ਉਹ HCF ਤੇ LCM ਦੀ ਗੁਣਾ ਦੇ ਬਰਾਬਰ ਆਉਂਦਾ ਹੈ। ਇਸੇ ਐਕਸਰਸਾਈਜ਼ ਦਾ ਅਸੀਂ ਇਸੇ ਕੁਐਸਚਨ ਦਾ ਹੀ ਇੱਕ ਹੋਰ ਪਾਰਟ ਕਰਦੇ ਹਾਂ ਬੇਟੇ। ਦੇਖੋ ਮੰਨ ਲਓ ਥਰਡ ਕਰਦੇ ਹਾਂ ਆਪਾਂ 336 ਅਤੇ 54। ਅਸੀਂ 336 ਦੇ ਗੁਣਨਖੰਡ ਬਣਾਵਾਂਗੇ ਕਿਉਂਕਿ 336 ਬੇਟੇ ਇੱਕ ਜਿਸਤ ਸੰਖਿਆ ਹੈ। ਅਸੀਂ ਇਸ ਨੂੰ 2 ਤੇ ਡਿਵਾਈਡ ਕਰਾਂਗੇ। 1 6 दूनी 12 8 दूनी 16। ਫਿਰ ਇਹਨੂੰ 168 ਆਨਸਰ ਆਇਆ। ਫਿਰ 168 ਨੂੰ 2 ਤੇ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਆਨਸਰ ਆਇਆ 84। 84 ਫਿਰ ਇੱਕ ਜਿਸਤ ਸੰਖਿਆ ਹੈ, ਇਸ ਨੂੰ 2 ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਆਇਆ 42। 42 ਨੂੰ ਫਿਰ 2 ਨਾਲ ਡਿਵਾਈਡ ਕਰਿਆ ਤਾਂ ਆਪਣੇ ਕੋਲ ਆ ਗਿਆ 21। 21 ਨੂੰ 3 ਤੇ ਡਿਵਾਈਡ ਕਰਾਂਗੇ, ਆਨਸਰ ਕਿੰਨਾ ਆਇਆ 7। 7 ਨੂੰ 7 ਨਾਲ ਡਿਵਾਈਡ ਕਰਾਂਗੇ ਤਾਂ ਉੱਤਰ ਕਿੰਨਾ ਆਊਗਾ 1। ਇਸੇ ਤਰ੍ਹਾਂ ਅਸੀਂ 54 ਦੇ ਗੁਣਨਖੰਡ ਬਣਾਵਾਂਗੇ। 54 ਨੂੰ 2 ਤੇ ਡਿਵਾਈਡ ਕੀਤਾ ਤਾਂ ਇਹ ਆਪਣੇ ਕੋਲ ਆਇਆ 27। 27 ਨੂੰ 3 ਤੇ ਡਿਵਾਈਡ ਕੀਤਾ ਕਿਉਂਕਿ ਇਹ ਜਿਸਤ ਸੰਖਿਆ ਨਹੀਂ ਹੈ, ਹੁਣ 2 ਤੇ ਨਹੀਂ ਡਿਵਾਈਡ ਕਰਨਾ। 27 ਨੂੰ 3 ਤੇ ਡਿਵਾਈਡ ਕਰਾਂਗੇ ਤਾਂ ਆਨਸਰ ਕਿੰਨਾ ਆਇਆ 9। 9 ਨੂੰ 3 ਤੇ ਡਿਵਾਈਡ ਕਰਾਂਗੇ 3। 3 ਨੂੰ ਫਿਰ 3 ਤੇ ਡਿਵਾਈਡ ਕੀਤਾ ਤਾਂ 1 ਆਏਗਾ। ਹੁਣ ਬੇਟੇ 336 ਦੇ ਗੁਣਨਖੰਡ ਲਿਖੋ। 336 ਦੇ ਵਿੱਚ ਦੇਖੋਗੇ ਬੇਟੇ 2 ਹੈ ਜੋ 4 ਵਾਰੀ ਆਇਆ ਹੈ ਤਾਂ 2 ਦੀ ਪਾਵਰ 4 ਆ ਗਿਆ। ਫਿਰ 3 ਦੀ ਪਾਵਰ 1 ਆ ਗਿਆ ਔਰ 7 ਦੀ ਪਾਵਰ ਵੀ 1 ਆ ਗਿਆ ਕਿਉਂਕਿ 7 ਤੇ 3 ਦੋਨੋਂ ਇੱਕ ਵਾਰੀ ਆਏ। ਫਿਰ 54 ਇਹਦੇ ਗੁਣਨਖੰਡ ਲਿਖਾਂਗੇ 2 ਦੀ ਪਾਵਰ 1 ਔਰ 3 ਦੀ ਪਾਵਰ 3। ਹੁਣ ਬੇਟੇ ਆਪਾਂ ਇਹਦਾ HCF ਕੱਢਣਾ। HCF ਕੀ ਹੁੰਦਾ? ਦੋਨਾਂ ਸੰਖਿਆਵਾਂ ਦੇ ਸਾਂਝੇ ਗੁਣਨਖੰਡ ਲੈਣੇ ਆ। ਹੁਣ ਤੁਸੀਂ ਪਹਿਲਾਂ ਤਾਂ ਧਿਆਨ ਨਾਲ ਦੇਖੋ ਬੇਟੇ 7 ਹੈ ਜੋ ਉਹ 336 ਦੇ ਫੈਕਟਰਸ ਦੇ ਵਿੱਚ ਹੈਗਾ, 54 'ਚ ਨਹੀਂ ਹੈਗਾ, ਇਸ ਲਈ 7 ਤਾਂ ਅਸੀਂ HCF 'ਚ ਲੈਣਾ ਨਹੀਂ। ਬਾਕੀ ਰਿਹਾ 2 ਅਤੇ 3। ਤਾਂ ਦੇਖੋ ਬੇਟੇ 2 ਇੱਥੇ 4 ਵਾਰੀ ਹੈ, ਇੱਥੇ 1 ਵਾਰੀ ਹੈ ਤਾਂ ਆਪਾਂ ਸਾਂਝਾ ਕਿੰਨੇ ਵਾਰੀ ਲੈ ਸਕਦੇ ਹਾਂ? 1 ਵਾਰ, ਕਿਉਂਕਿ ਜੇ 4 ਵਾਰ ਸਾਂਝਾ ਲਵਾਂਗੇ ਤਾਂ 336 ਕੋਲ ਤਾਂ 4 ਵਾਰ ਹੈਗਾ ਦੂਆ, 54 ਕੋਲ ਨਹੀਂ ਹੈਗਾ। ਇਸੇ ਤਰ੍ਹਾਂ ਜਦੋਂ ਆਪਾਂ 3 ਨੂੰ ਸਾਂਝਾ ਲਵਾਂਗੇ, 3 ਇੱਥੇ 1 ਵਾਰੀ ਹੈ, ਇੱਥੇ 3 ਵਾਰੀ ਹੈ ਤਾਂ ਆਪਾਂ ਕਾਮਨ ਕਿਹੜੀ ਚੀਜ਼ ਲੈ ਸਕਦੇ ਹਾਂ? ਜਿਹੜੀ ਘੱਟ ਵਾਰ ਹੋਵੇ, ਘੱਟ ਪਾਵਰ ਹੋਵੇ। ਤਾਂ 3 ਦੀ ਪਾਵਰ ਜੋ 1 ਹੈ ਬੇਟੇ ਉਹ 1 ਲੈਣੀ ਹੈ, 3 ਨਹੀਂ ਲੈਣਾ। ਇਸੇ ਤਰ੍ਹਾਂ 2 ਦੀ ਪਾਵਰ 4 ਤੇ 2 ਦੀ ਪਾਵਰ 1 ਦੇ ਵਿੱਚੋਂ 2 ਦੀ ਪਾਵਰ 1 ਲੈਣੀ ਹੈ, 4 ਨਹੀਂ ਲੈਣਾ। ਛੋਟੀ ਪਾਵਰ ਹੈ ਜੋ ਅਸੀਂ HCF ਵਿੱਚ ਲਿਖਾਂਗੇ। 7 ਲੈਣਾ ਹੀ ਨਹੀਂ ਕਿਉਂਕਿ ਦੋਨਾਂ 'ਚ ਕਾਮਨ ਨਹੀਂ ਹੈਗਾ ਇਹ। ਤਾਂ HCF 'ਚ ਕਿੰਨਾ ਲਿਖਾਂਗੇ? 2 ਦੀ ਪਾਵਰ 1 ਔਰ 3 ਦੀ ਪਾਵਰ ਵੀ 1। ਤਾਂ ਇਹਨਾਂ ਨੂੰ ਜਦੋਂ ਆਪਾਂ ਮਲਟੀਪਲਾਈ ਕਰਾਂਗੇ ਤਾਂ ਇਹ ਕਿੰਨਾ ਆਨਸਰ ਆਇਆ 6। ਹੁਣ ਅੱਗੇ ਆਪਾਂ ਪਤਾ ਕਰਨਾ ਹੈਗਾ LCM। LCM ਦੇ ਵਿੱਚ ਮੈਂ ਤੁਹਾਨੂੰ ਹੁਣੇ ਕੀ ਦੱਸਿਆ ਹੈ?
सब तो सौखा तरीका है। वैसे तो ਅਸੀਂ ਐਂ ਕਹਿੰਦੇ ਵੀ ਛੋਟੀ ਪਾਵਰ HCF 'ਚ ਲਿਖਣੀ ਹੁੰਦੀ ਹੈ, ਵੱਡੀ ਪਾਵਰ ਹੈ ਜੋ LCM 'ਚ ਲਿਖਣੀ ਹੈ। ਪਰ ਇਸ ਤੋਂ ਵੀ ਸੌਖਾ ਤਰੀਕਾ ਹੈਗਾ, ਤੁਸੀਂ ਇੱਕ ਵਾਰ ਸਾਰੇ ਗੁਣਨਖੰਡ ਲਿਖ ਲਓ। 2 ਦੀ ਪਾਵਰ 6, 3 ਦੀ ਪਾਵਰ 1, 7 ਦੀ ਪਾਵਰ 1। ਦੇਖੋ ਇਹ ਤਿੰਨੇ ਮੈਂ ਕਾਹਦੇ ਗੁਣਨਖੰਡ ਲਿਖ ਲਏ, 336 ਦੇ। ਫਿਰ ਇਸ ਤੋਂ ਬਾਅਦ 54 ਦੇ ਲਿਖ ਲਓ, 2 ਦੀ ਪਾਵਰ 1, 3 ਦੀ ਪਾਵਰ 3। ਇਹਨਾਂ ਦੇ ਵਿੱਚੋਂ ਅਸੀਂ ਕਿਹੜੇ ਅੱਖਰ ਡਿਲੀਟ ਕਰਨੇ ਆ ਜੋ ਅਸੀਂ HCF ਵਿੱਚ ਲਿਖ ਚੁੱਕੇ ਹਾਂ। HCF ਵਿੱਚ ਦੇਖੋ ਬੇਟੇ ਕੀ ਲਿਖਿਆ, 2 ਦੀ ਪਾਵਰ 1, ਇੱਕ ਤਾਂ ਇਹ ਖਤਮ ਕਰ ਦਿਓ ਇਹ ਚੋਂ, ਠੀਕ ਹੈ ਬੇਟੇ। ਇੱਕ ਆਪਾਂ ਲਿਖਿਆ ਹੈਗਾ 3 ਦੀ ਪਾਵਰ 1, ਇੱਕ ਇਹ ਖਤਮ ਕਰ ਦਿਓ, ਠੀਕ ਹੈ। ਇਹਦੇ ਨਾਲ ਤੁਹਾਨੂੰ ਯਾਦ ਵੀ ਰਹੂਗਾ ਵੀ ਸਾਰੇ ਗੁਣਨਖੰਡਾਂ ਦੇ ਵਿੱਚੋਂ ਜਿਹੜੇ ਅਸੀਂ ਗੁਣਨਖੰਡ HCF 'ਚ ਲਿਖ ਚੁੱਕੇ ਹਾਂ ਉਹਨਾਂ ਨੂੰ ਛੱਡ ਕੇ ਜਿਹੜੇ ਬਾਕੀ ਰਹਿ ਜਾਂਦੇ ਆ ਉਹ ਅਸੀਂ LCM 'ਚ ਲੈਣੇ ਹੁੰਦੇ ਆ। ਤਾਂ ਦੇਖੋ ਬਾਕੀ ਰਹੇ ਹੋਏ LCM 'ਚ ਲੈਣੇ ਆਪਾਂ, ਤਾਂ ਕੀ ਰਹਿ ਗਿਆ ਆਪਣੇ ਕੋਲੇ, 2 ਦੀ ਪਾਵਰ 4, 7 ਦੀ ਪਾਵਰ 1, 3 ਦੀ ਪਾਵਰ 3। ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਗੁਣਾ ਕਰਦੇ ਹਾਂ ਤਾਂ ਇਹ 3024 ਆ ਜਾਂਦਾ ਹੈ। ਹੁਣ ਇਸ ਅੱਗੇ ਆਪਾਂ ਇਸੇ ਕੁਐਸਚਨ ਦੇ ਵਿੱਚ ਕਰਨੀ ਹੈਗੀ ਆ ਜਾਂਚ। ਜਾਂਚ ਦੇ ਵਿੱਚ ਫਿਰ ਦੇਖੋ ਦੋਵੇਂ ਸੰਖਿਆਵਾਂ ਦੀ ਗੁਣਾ। ਦੋਵੇਂ ਸੰਖਿਆਵਾਂ ਦੀ ਗੁਣਾ ਆਪਾਂ ਕਰਾਂਗੇ 336 ਦੀ ਤੇ 54 ਦੀ ਗੁਣਾ। ਇਹਨਾਂ ਦੀ ਗੁਣਾ ਕਰੀ ਤਾਂ ਇਹ ਤੁਸੀਂ ਗੁਣਾ ਕਰਕੇ ਦੇਖ ਸਕਦੇ ਹੋ 18144 ਆਇਆ, ਠੀਕ ਹੈ ਬੇਟੇ। ਇਸੇ ਤਰ੍ਹਾਂ ਤੁਸੀਂ HCF ਤੇ LCM ਦੀ ਵੀ ਗੁਣਾ ਕਰਕੇ ਦੇਖੋ, ਠੀਕ ਹੈ ਬੇਟੇ। HCF ਸਾਡਾ ਕਿੰਨਾ ਆਇਆ ਸੀਗਾ 6, LCM ਸਾਡਾ ਕਿੰਨਾ ਆਇਆ ਹੈਗਾ 3024। ਇਹਨਾਂ ਦੋਨਾਂ ਦੀ ਵੀ ਗੁਣਾ ਕਰਕੇ ਦੇਖੋਗੇ ਤਾਂ 18144 ਹੀ ਆਏਗੀ। ਤਾਂ ਇਸ ਤੋਂ ਇਹ ਜਾਂਚ ਕਰਕੇ ਅਸੀਂ ਸਿੱਧ ਕਰ ਸਕਦੇ ਹਾਂ ਕਿ ਦੋਵੇਂ ਸੰਖਿਆਵਾਂ ਦੀ ਗੁਣਾ HCF ਤੇ LCM ਦੀ ਗੁਣਾ ਦੇ ਬਰਾਬਰ ਹੁੰਦੀ ਹੈ। ਅੱਗੇ ਬੇਟੇ ਆਪਣੇ ਕੋਲੇ ਕੁਐਸਚਨ ਨੰਬਰ 3 ਹੈਗਾ, ਅਭਾਜ ਗੁਣਨਖੰਡ ਵਿਧੀ ਰਾਹੀਂ ਹੇਠ ਦਿੱਤੀਆਂ ਸੰਪੂਰਨ ਸੰਖਿਆਵਾਂ ਦਾ HCF ਅਤੇ LCM ਪਤਾ ਕਰੋ। ਦੇਖੋ ਆਪਣੇ ਕੋਲ ਇਹਦੇ 'ਚ 3 ਪਾਰਟ ਹੈਗੇ, 12, 15, 21, 17, 23, 29, 8, 9 ਤੇ 25 ਦਾ। ਇਹਨਾਂ ਦਾ ਅਸੀਂ HCF ਤੇ LCM ਪਤਾ ਕਰਨਾ। ਇਹ ਬੇਟੇ ਇਹਦੇ 'ਚ ਜਾਂਚ ਨਹੀਂ ਕਰਨੀ, ਤੁਸੀਂ ਇਹ ਕੁਐਸਚਨ ਆਪਦੇ ਆਪ ਟਰਾਈ ਕਰਕੇ ਦੇਖਣੇ ਆ। ਤੇ ਫਿਰ ਵੀ ਮੈਂ ਚਲੋ ਇੱਕ ਅੱਧਾ ਕੁਐਸਚਨ ਮੈਂ ਕਰਵਾ ਦੂੰਗੀ। ਪਹਿਲਾਂ ਆਪਾਂ ਚੌਥਾ ਕੁਐਸਚਨ ਕਰਦੇ ਹਾਂ। ਚੌਥੇ ਕੁਐਸਚਨ 'ਚ ਦੇਖੋ ਇਹ ਕੁਐਸਚਨ ਹੈ ਜਿਹੜਾ ਪੇਪਰ 'ਚ ਵੀ ਬਹੁਤ ਵਾਰੀ ਆਇਆ ਹੋਇਆ ਹੈਗਾ 306। ਇਹਨੂੰ ਰਕਮ ਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਸਾਨੂੰ ਦਿੱਤਾ ਕੀ ਹੋਇਆ ਹੈਗਾ। ਕੀ ਲਿਖਿਆ ਹੋਇਆ, HCF ਆਫ 306 ਅਤੇ 657 ਬਰਾਬਰ 9। ਇਹਦਾ ਮਤਲਬ ਕੀ ਹੈ ਕਿ 306 ਅਤੇ 657 ਦਾ HCF ਹੈ ਜਿਹੜਾ ਉਹ 9 ਦੇ ਬਰਾਬਰ ਦਿੱਤਾ ਹੋਇਆ। ਤੇ ਆਪਾਂ ਇਹਨਾਂ ਦੋਨੇ ਰਕਮਾਂ ਦਾ LCM ਪਤਾ ਕਰਨਾ ਹੈਗਾ ਬੇਟੇ। ਇਹਦੇ ਲਈ ਸਾਨੂੰ ਗੁਣਨਖੰਡ ਬਣਾਉਣ ਦੀ ਲੋੜ ਨਹੀਂ ਹੈਗੀ। ਇਹ ਜਿਹੜਾ ਆਪਾਂ ਪਿੱਛੇ ਜਾਂਚ ਵਾਲਾ ਫਾਰਮੂਲਾ ਕੀਤਾ ਹੈਗਾ ਉਹਦੇ ਨਾਲ ਹੀ ਹੋ ਜਾਊਗਾ। ਦੇਖੋ ਜਾਂਚ ਵਾਲਾ ਫਾਰਮੂਲਾ ਤੁਹਾਨੂੰ ਉਹਨੇ ਕਰਾ ਕੇ ਹਟੀ ਆ ਮੈਂ, ਉਹ ਕੀ ਹੁੰਦਾ ਹੈਗਾ, ਦੋਵੇਂ ਸੰਖਿਆਵਾਂ ਦਾ ਗੁਣਨਫਲ ਬਰਾਬਰ HCF ਗੁਣਾ LCM, ਠੀਕ ਹੈ ਬੇਟੇ। ਇਹੀ ਫਾਰਮੂਲਾ ਆਪਾਂ ਲਿਖਿਆ ਸੀ। ਦੋਵੇਂ ਸੰਖਿਆਵਾਂ ਦੀ ਗੁਣਾ, ਸੰਖਿਆਵਾਂ ਕਿਹੜੀਆਂ ਨੇ ਹੁਣ ਸਾਡੇ ਕੋਲੇ 306 ਅਤੇ 657। ਤਾਂ ਇਹ ਆਪਾਂ ਲਿਖ ਲਾਂਗੇ ਦੋਵੇਂ ਸੰਖਿਆਵਾਂ 306 ਗੁਣਾ 657 ਬਰਾਬਰ। ਇਹਨਾਂ ਦੋਵਾਂ ਦਾ HCF ਕਿੰਨਾ ਦਿੱਤਾ ਹੋਇਆ ਹੈਗਾ ਬੇਟੇ, 9 ਦਿੱਤਾ ਹੋਇਆ। LCM ਆਪਾਂ ਪਤਾ ਕਰਨਾ, LCM ਦੀ ਜਗ੍ਹਾ ਤੇ ਆਪਾਂ LCM ਹੀ ਲਿਖ ਲਵਾਂਗੇ। ਦੇਖੋ ਦੋਵੇਂ ਸੰਖਿਆਵਾਂ ਦਾ ਗੁਣਨਫਲ ਕੀ ਹੋਗਾ, 306 ਗੁਣਾ 657 ਬਰਾਬਰ HCF ਗੁਣਾ LCM। HCF ਕਿੰਨਾ ਹੋਇਆ ਸਾਡਾ 9 ਗੁਣਾ LCM। ਤਾਂ ਬੇਟੇ ਇਸ 'ਚੋਂ LCM ਦੀ ਵੈਲਿਊ ਕੱਢਣ ਲਈ 9, ਕਿਉਂਕਿ ਇੱਧਰ ਮਲਟੀਪਲਾਈ ਆ ਉਹ ਇੱਧਰ ਆ ਕੇ ਕੀ ਹੋ ਜਾਊਗਾ, ਡਿਵਾਈਡ ਹੋ ਜਾਊਗਾ। ਤਾਂ ਦੇਖੋ ਆਪਣੇ ਕੋਲੇ LCM ਬਰਾਬਰ ਕਾਹਦੇ ਆਇਆ, 306 ਗੁਣਾ 657। ਇਹ 9 ਆ ਜਿਹੜਾ ਉਹ ਇੱਧਰ ਆ ਕੇ ਡਿਵਾਈਡ ਹੋ ਜਾਊਗਾ। ਤਾਂ ਉੱਧਰੋਂ ਆਪਣੇ ਕੋਲੇ ਕੀ ਰਹਿ ਜਾਊਗਾ, ਇਕੱਲਾ LCM, ਠੀਕ ਹੈ ਬੇਟੇ। 9 ਨੂੰ ਇਹਦੇ ਨਾਲ ਕੱਟ ਕੇ ਦੇਖੋ, 9 ਤੀਆ 27, 3 ਵਜੇ 9 ਚੌਕਾ 36। ਤਾਂ ਆਪਣੇ ਕੋਲੇ ਕੀ ਬਚਿਆ, 34 ਗੁਣਾ 657। ਇਹ LCM ਦੇ ਬਰਾਬਰ ਆ ਗਿਆ ਤੁਹਾਡੇ ਕੋਲੇ। ਇਹਨਾਂ ਦੀ ਮਲਟੀਪਲਾਈ ਕਰਾਂਗੇ ਤਾਂ LCM ਉਹ ਕਾਹਦੇ ਬਰਾਬਰ ਆਇਆ, 22338 ਦੇ ਬਰਾਬਰ ਆਇਆ, ਠੀਕ ਹੈ ਬੇਟੇ। ਇਹਦੇ 'ਚੋਂ ਚਲੋ ਮੈਂ ਤੁਹਾਨੂੰ ਇੱਕ ਕੁਐਸਚਨ ਕਰਾ ਦਿੰਦੀ ਹਾਂ। ਜਿਵੇਂ ਹੁਣ 12, 15 ਤੇ 21 ਹੈ, ਤੀਸਰੇ ਕੁਐਸਚਨ ਦਾ ਫਸਟ ਪਾਰਟ ਹੈ। ਪਹਿਲਾਂ ਅਸੀਂ 12 ਦੇ ਗੁਣਨਖੰਡ ਬਣਾਵਾਂਗੇ। 12 ਨੂੰ 2 ਤੇ ਡਿਵਾਈਡ ਕੀਤਾ 6 ਆਇਆ, ਫਿਰ 2 ਤੇ ਡਿਵਾਈਡ ਕੀਤਾ 3 ਆਇਆ, 3 ਤੇ ਡਿਵਾਈਡ ਕੀਤਾ ਤਾਂ 1 ਆਇਆ। ਇਸੇ ਤਰ੍ਹਾਂ 15 ਦੇ ਗੁਣਨਖੰਡ ਬਣਾਏ ਜਦੋਂ
15 ਦੇ ਗੁਣਨਖੰਡ ਬਣਾਏ ਤਾਂ ਇਹ 3 ਤੇ ਭਾਗ ਹੋਊਗਾ, 5 ਆ ਗਿਆ। ਫਿਰ 5 ਤੇ ਡਿਵਾਈਡ ਕੀਤਾ ਤਾਂ 1 ਆਇਆ। ਇਸੇ ਤਰ੍ਹਾਂ 21 ਦੇ ਗੁਣਨਖੰਡ ਬਣਾਵਾਂਗੇ, 21 ਨੂੰ 7 ਤੇ ਡਿਵਾਈਡ ਕਰ ਲਓ, 3 ਆਏਗਾ। 3 ਤੇ ਡਿਵਾਈਡ ਕਰਾਂਗੇ ਤਾਂ 1 ਆਏਗਾ। ਹੁਣ ਅਸੀਂ ਇਹਨਾਂ ਸਾਰਿਆਂ ਦੇ ਗੁਣਨਖੰਡ ਲਿਖ ਰਹੇ ਹਾਂ। ਦੇਖੋ 12 ਦਾ ਗੁਣਨਖੰਡ ਕੀ ਬਣਿਆ, 2 ਗੁਣਾ 2 ਗੁਣਾ 3। 15 ਦੇ ਗੁਣਨਖੰਡ ਕੀ ਬਣਿਆ, 3 ਗੁਣਾ 5। ਫਿਰ 21 ਦੇ ਗੁਣਨਖੰਡ ਕੀ ਬਣਿਆ, 7 ਗੁਣਾ 3। ਹੁਣ ਆਪਾਂ HCF ਕੱਢਣਾ ਹੈ। HCF ਜੇ ਤੁਸੀਂ ਦੇਖੋ ਤਾਂ ਆਪਾਂ ਨੇ ਹਾਈਐਸਟ ਕਾਮਨ ਫੈਕਟਰ ਲਿਖਣਾ ਹੈ। ਕਾਮਨ ਫੈਕਟਰ ਇਹਨਾਂ ਸਾਰਿਆਂ ਦੇ ਵਿੱਚੋਂ ਸਾਂਝਾ ਗੁਣਨਖੰਡ ਕਿਹੜਾ ਆ ਰਿਹਾ ਹੈ, 3। 3 ਦੇਖੋ ਇਹਦੇ ਵਿੱਚ ਵੀ ਹੈ, ਇਹਦੇ ਵਿੱਚ ਵੀ ਹੈ, ਇਹਦੇ ਵਿੱਚ ਵੀ ਹੈ। 2 ਦੇਖੋ ਜਿਵੇਂ 2 ਬੇਟੇ ਇਕੱਲੇ 12 ਦੇ ਗੁਣਨਖੰਡਾਂ ਵਿੱਚ ਹੈਗਾ, ਇਹ 15 ਤੇ 21 'ਚ ਨਹੀਂ ਹੈਗਾ। ਇਸੇ ਤਰ੍ਹਾਂ 5 ਹੈ, ਉਹ ਇਕੱਲੇ 15 ਦੇ ਗੁਣਨਖੰਡਾਂ ਵਿੱਚ ਹੈ। 21 ਹੈ, 7 ਹੈ ਜੋ ਇਕੱਲੇ 21 ਦੇ ਗੁਣਨਖੰਡਾਂ ਵਿੱਚ ਹੀ ਹੈ। ਤਾਂ ਇਕੱਲਾ 1/3 ਹੀ ਹੈ ਜੋ ਤਿੰਨਾਂ ਦੇ ਗੁਣਨਖੰਡਾਂ ਵਿੱਚ ਹੈ। ਇਸ ਲਈ ਆਪਣੇ ਕੋਲੇ ਕੀ ਆ ਗਿਆ, HCF 3 ਆ ਗਿਆ। ਹੁਣ ਅਸੀਂ ਕੱਢਣਾ ਹੈਗਾ ਬੇਟੇ LCM। LCM ਕਿਵੇਂ ਕੱਢਾਂਗੇ, ਇੱਕ ਵਾਰੀ ਅਸੀਂ ਸਾਰੇ ਗੁਣਨਖੰਡ ਲਿਖ ਲਾਂਗੇ। ਦੇਖੋ ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਨਾ, 2 ਗੁਣਾ 2 ਗੁਣਾ 3, ਇਹ ਤਾਂ ਲਿਖ ਲਏ ਅਸੀਂ 12 ਦੇ। ਫਿਰ ਲਿਖ ਲਓ 3 ਗੁਣਾ 5, ਇਹ ਅਸੀਂ ਲਿਖ ਲਏ 15 ਦੇ। ਫਿਰ 7 ਗੁਣਾ 3, ਇਹ ਲਿਖ ਲਏ ਅਸੀਂ 21 ਦੇ। ਹੁਣ HCF ਦੇ ਵਿੱਚ ਅਸੀਂ ਕੀ ਲਿਖਿਆ ਹੈਗਾ, 3 ਇੱਕ ਥਾਂ 1 ਕੱਟ ਦਿਓ 3। ਜੋ ਜੋ ਫੈਕਟਰ ਅਸੀਂ HCF 'ਚ ਲਿਖੇ ਹੋਏ ਨੇਗੇ ਉਹ LCM 'ਚ ਨਹੀਂ ਲਿਖਣੇ, ਉਹਨੂੰ ਛੱਡ ਕੇ ਬਾਕੀ ਸਾਰੇ ਆ ਜੋ LCM 'ਚ ਆ ਜਾਣਗੇ। ਤਾਂ LCM ਦੇ ਵਿੱਚ ਬੇਟੇ ਆਪਣੇ ਦੇਖੋ ਗੁਣਨਖੰਡ ਕਿਹੜੇ ਲਿਖੇ ਨੇ ਆਪਾਂ, 2 ਗੁਣਾ 2 12 ਵਾਲੇ ਲਿਖ ਲਏ, ਫਿਰ 15 ਦੇ ਲਿਖ ਲਏ, ਫਿਰ ਆਪਾਂ ਕਿਹੜੇ ਲਿਖੇ ਆ 21 ਵਾਲੇ। 21 ਦੇ ਵਿੱਚੋਂ ਜੋ 3 ਸੀਗਾ ਉਹ ਕਿਉਂਕਿ HCF 'ਚ ਲਿਖ ਚੁੱਕੇ ਆ। 3 ਕੋਈ ਵੀ ਤੁਸੀਂ ਡਿਲੀਟ ਕਰ ਸਕਦੇ ਹੋ ਬੇਟੇ, ਜਾਂ ਆਹ 3 ਡਿਲੀਟ ਕਰ ਦਿਓ, ਜਾਂ ਆਹ ਕਰ ਦਿਓ, ਜਾਂ ਆਹ ਕਰ ਦਿਓ। ਬਸ ਆਪਾਂ ਇੱਕ ਵਾਰੀ 3 ਨੂੰ ਇੱਥੋਂ ਹਟਾਉਣਾ ਹੈਗਾ LCM 'ਚੋਂ। ਤਾਂ ਇਹਨਾਂ ਸਾਰਿਆਂ ਦੀ ਗੁਣਾ ਕਰੋਗੇ, ਦੇਖੋ ਇਹਨਾਂ ਸਾਰਿਆਂ ਦੀ ਗੁਣਾ ਕਰੋਗੇ ਤਾਂ ਇਹ ਆਨਸਰ ਹੈ ਜਿਹੜਾ ਤੁਹਾਡਾ 1260 ਆਏਗਾ। ਠੀਕ ਹੈ, ਇਹ 'ਚ ਜਾਂਚ ਕਰਨੀ ਹੋਈ ਨਹੀਂਗੀ। ਤਾਂ ਇਹ ਬਸ ਸਵਾਲ ਦੇ ਵਿੱਚ HCF ਤੇ LCM ਹੀ ਪਤਾ ਕਰਨੇ ਹਨ।